हेलो एवरीवन, आज आप करेंगे इंग्लिश एनसीईआरटी क्लास 8 का एक चैप्टर द ग्रेट स्टोन फेस 1 एंड 2। थोड़ी क्लास के दो चैप्टर ने 9th एंड 10th जोड़ा कि 1 एंड 2 पार्ट करके दिते हुए ने, लेकिन स्टोरी सेम है। One afternoon when the sun was going down, a mother and her little boy sat at the door of their cottage talking about the great stone face. They had only to lift their eyes. There it was, plain to see, 2 miles away, with the sunshine brightening at its features. So ये story ਜਿਹੜੀ ਹੈ start ਹੁੰਦੀ ਆ ਇੱਕ ਪਹਾੜੀ ਏਰੀਏ ਦੇ ਵਿੱਚ, ਜਿੱਥੇ ਕਿ ਇੱਕ ਮਦਰ ਐਂਡ ਇੱਕ ਬੱਚਾ ਰਹਿੰਦੇ ਆ ਤੇ ਉਹ ਜਿਹੜੇ ਆਪਣੇ ਘਰ ਦੇ ਕਾਟੇਜ ਦੇ ਬਾਹਰ ਬੈਠੇ ਹੁੰਦੇ ਨੇ। ਕਾਟੇਜ ਕੀ ਹੁੰਦਾ, ਉਹਨਾਂ ਦਾ ਜਿਹੜਾ ਵੀ ਰਹਿਣ ਦਾ ਏਰੀਆ ਆ ਉਹਦੇ ਬਾਹਰ ਬੈਠੇ ਹੁੰਦੇ ਆ ਤੇ ਉਹ ਸਾਹਮਣੇ ਵੱਲ ਦੇਖ ਕੇ ਜਿਹੜਾ ਬਹੁਤ ਵੱਡਾ ਪਹਾੜ ਹੈ ਉਹਦਾ ਨਾਮ ਹੈ ਤਾਂ ਗ੍ਰੇਟ ਸਟੋਨ ਫੇਸ, ਉਹਦੇ ਵੱਲ ਦੇਖ ਕੇ ਉਹਦੀਆਂ ਗੱਲਾਂ ਬਾਤਾਂ ਕਰ ਰਹੇ ਨੇ। ਉਹਨਾਂ ਕੋਲ ਵੇਖਣ ਨੂੰ ਹੋਰ ਕੁਛ ਨਹੀਂ ਹੈ, ਸਿਰਫ ਔਰ ਸਿਰਫ ਇਹ ਪਹਾੜੀਆਂ ਹੀ ਨੇ ਤੇ ਉਹਨਾਂ ਵੱਲ ਦੇਖ ਕੇ ਉਹਨਾਂ ਦੀਆਂ ਫੀਚਰਸ ਬਾਰੇ ਉਹ ਗੱਲਬਾਤ ਕਰਦੇ ਨੇ। The great stone face was a work of nature formed on the perpendicular side of mountain by some immense rock. So ये ਜਿਹੜਾ great stone face है किहदा काम है, ਇਹ ਕਿਸੇ ਇਨਸਾਨ ਨੇ ਨਹੀਂ ਬਣਾਇਆ, ਇਹ ਨੇਚਰ ਦੁਆਰਾ ਬਣਾਇਆ ਗਿਆ ਆ ਤੇ ਇੱਕ ਪਹਾੜੀ ਦੀ ਸਾਈਡ ਦੇ ਉੱਪਰ ਬਣਿਆ ਹੋਇਆ ਹੈ। Which had been thrown together so that when viewed at a proper distance they resembled the features of a human face. ਉਹਦੇ ਉੱਪਰ ਜਿਹੜੀਆਂ ਫੇਸ ਕੱਟਸ ਮਤਲਬ ਉਸ ਪਹਾੜੀ ਦੇ ਉੱਪਰ ਜਿਹੜੀਆਂ ਕੱਟਸ ਲੱਗੇ ਹੋਏ ਨੇ, ਅਗਰ ਆਪਾਂ ਉਹਨਾਂ ਕੱਟਸ ਨੂੰ ਦੂਰ ਤੋਂ ਦੇਖਦੇ ਹਾਂ ਤਾਂ ਇੱਕ ਹਿਊਮਨ ਫੇਸ ਦੀ ਤਰ੍ਹਾਂ ਲੱਗਦੇ ਆ ਅਤੇ ਉਸ ਤੋਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਪਹਾੜ ਦਾ ਫੇਸ ਹੈ। But if the spectator approached too near, he lost the outline of enormous face and could see only a heap of gigantic rocks piled one upon another. लेकिन ਜਦੋਂ ਆਪਾਂ ਇਹਨੂੰ ਨੇੜੇ ਤੋਂ ਦੇਖਦੇ ਹਾਂ, ਕੋਈ ਇਨਸਾਨ ਉਹਦੇ ਕੋਲ ਆ ਕੇ ਉਸਨੂੰ ਵੇਖਣ ਦੀ ਕੋਸ਼ਿਸ਼ ਕਰਦਾ ਤਾਂ ਉਹ ਫੇਸ ਜਿਹੜਾ ਆ ਉਹ ਡਿਸਅਪੀਅਰ ਹੋ ਜਾਂਦਾ, ਕਿਉਂਕਿ ਇਨ ਐਕਚੁਅਲ ਤਾਂ ਉਹ ਫੇਸ ਨਹੀਂ ਹੈ ਨਾ, ਜਸਟ ਆ ਕੱਟਸ ਨੇਗੇ ਰੌਕਸ ਦੇ ਉੱਪਰ। ਸੋ ਜਦੋਂ ਉਹਨੂੰ ਨੇੜੇ ਤੋਂ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਡਿਸਅਪੀਅਰ ਹੋ ਜਾਂਦੇ ਆ। ਬਟ ਸੀਨ ਫਰੋਮ ਦ ਡਿਸਟੈਂਸ ਦ ਕਲਾਊਡ ਕਲਸਟਰ ਅਬਵ ਇਟ ਦ ਗ੍ਰੇਟ ਸਟੋਨ ਫੇਸ ਸੀਮਡ ਪੋਜ਼ੀਟਿਵਲੀ ਟੂ ਬੀ ਅਲਾਈਵ। ਲੇਕਿਨ ਦੂਰ ਤੋਂ ਦੇਖਦੇ ਹਾਂ ਤਾਂ ਉਹ ਇੱਕ ਜ਼ਿੰਦਾ ਇਨਸਾਨ ਦੀ ਤਰ੍ਹਾਂ ਲੱਗਦਾ ਹੈ। ਐਂਡ ਇਟ ਵਾਜ਼ ਅ ਬਿਲੀਫ ਆਫ ਮੈਨੀ ਪੀਪਲ ਦੈਟ ਦ ਵੈਲੀ ਓਡ ਮਚ ਆਫ ਇਟਸ ਫਰਟੀਲਿਟੀ ਟੂ ਦਿਸ ਬਿਨਿੰਗ ਫੇਸ ਐਂਡ ਦੈਟ ਵਾਜ਼ ਕੰਟੀਨਿਊਲੀ ਬਲੀਮਿੰਗ ਓਵਰ ਇਟ। ਅਤੇ ਬਹੁਤ ਸਾਰੇ ਲੋਕਾਂ ਦਾ ਇਹ ਵਿਸ਼ਵਾਸ ਹੈ ਕਿ ਸਾਡਾ ਜਿਹੜਾ ਵੈਲੀ ਏਰੀਆ ਉਹ ਹਰਿਆ ਭਰਿਆ ਰਹਿਣ ਦਾ ਇੱਕੋ ਇੱਕ ਕਾਰਨ ਹੈ ਕਿ ਸਾਡੇ ਸਿਰ ਦੇ ਉੱਪਰ ਇਸ ਪਹਾੜੀ ਦਾ ਆਸ਼ੀਰਵਾਦ ਹੈ। Mother, I wish that it could speak, for it looks so very kindly that its voice must indeed be pleasant. If I have ever see a man with such a face, I should love him very much. ਸੋ ਮਦਰ ਐਂਡ ਬੱਚਾ ਜਿਹੜਾ ਘਰ ਦੇ ਬਾਹਰ ਬੈਠੇ ਹੋਏ ਗੱਲਾਂ ਬਾਤਾਂ ਕਰ ਰਹੇ ਨੇ ਤਾਂ ਬੱਚਾ ਕਹਿੰਦਾ ਹੈ ਕਿ ਸ਼ਾਇਦ ਕਿ ਜੇ ਇਹ ਪਹਾੜ ਬੋਲ ਸਕਦਾ ਤਾਂ ਕਿੰਨਾ ਵਧੀਆ ਹੁੰਦਾ। ਅਗਰ ਕੋਈ ਇਸੇ ਹੀ ਫੇਸ ਦਾ ਇਨਸਾਨ ਮੇਰੇ ਕੋਲ ਆ ਕੇ ਮੇਰੇ ਨਾਲ ਗੱਲਾਂ ਬਾਤਾਂ ਕਰੇ ਤਾਂ ਮੈਂ ਉਸਨੂੰ ਬਹੁਤ ਪਿਆਰ ਕਰੂੰਗਾ। ਅਤੇ ਉਹਦੀ ਮਦਰ ਰਿਪਲਾਈ ਕਰਦੀ ਹੈ, ਇਫ ਐਨ ਓਲਡ ਪ੍ਰੋਪੇਸੀ ਸ਼ੁੱਡ ਕਮ ਟੂ ਪਾਸ ਵੀ ਮੇ ਸੀ ਅ ਮੈਨ ਸਮ ਟਾਈਮ ਵਿਦ ਐਗਜ਼ੈਕਟਲੀ ਸੱਚ ਅ ਫੇਸ ਐਜ਼ ਦੈਟ। ਤਾਂ ਉਹਦੀ ਮਦਰ ਉਹਨੂੰ ਕਹਿੰਦੀ ਹੈ ਕਿ ਜੇਕਰ ਇੱਕ ਪੁਰਾਣੀ ਭਵਿੱਖਬਾਣੀ ਸੱਚ ਹੋ ਜਾਂਦੀ ਹੈ, ਪ੍ਰੋਪੈਸੀ ਕੀ ਹੁੰਦਾ, ਭਵਿੱਖਬਾਣੀ, ਇੱਕ ਪੁਰਾਣੀ ਭਵਿੱਖਬਾਣੀ ਸੱਚ ਹੋ ਗਈ ਤਾਂ ਆਪਾਂ ਨੂੰ ਕਿਸੇ ਸਮੇਂ ਦੇ ਵਿੱਚ ਆਉਣ ਵਾਲੇ ਫਿਊਚਰ ਦੇ ਵਿੱਚ ਇਸੇ ਹੀ ਫੇਸ ਦਾ ਇੱਕ ਵਿਅਕਤੀ ਦੇਖਣ ਨੂੰ ਮਿਲ ਸਕਦਾ ਹੈ। ਐਂਡ ਦ ਮਦਰ ਐਂਡ ਹਰ ਚਾਈਲਡ ਐਜ਼ ਵੀ ਸੈਡ ਅਰਲੀਅਰ ਸੈਟ ਐਟ ਦ ਡੋਰ ਆਫ ਦੇਅਰ ਕਾਟੇਜ and gazing at the great stone face and talking about it while the great stone face smiled on them, and the child name was Ernest. ਸੋ ਉੱਦਾਂ ਹੀ ਜਿਹੜੇ ਉਹ ਬੱਚੇ ਘਰ ਦੇ ਬਾਹਰ ਬੈਠੇ ਹੋਏ ਉਸ ਪਹਾੜ ਵੱਲ ਦੇਖਦੇ ਰਹਿੰਦੇ ਆ, ਉਹਦੇ ਵੱਲ ਸਮਾਈਲ ਕਰਦੇ ਰਹਿੰਦੇ ਆ ਅਤੇ ਉਹਨੂੰ ਸਟੇਅਰ ਕਰਦੇ ਰਹਿੰਦੇ ਆ ਅਤੇ ਉਹਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਸ਼ਾਇਦ ਉਹ ਤੁਹਾਨੂੰ ਦੇਖ ਕੇ ਸਮਾਈਲ ਕਰ ਰਿਹਾ। ਅਤੇ ਜਿਹੜੇ ਬੱਚੇ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਬੱਚੇ ਦਾ ਨਾਮ ਕੀ ਹੈ, ਅਰਨੈਸਟ ਸੀ। ਠੀਕ ਹੈ, ਇਹ ਛੋਟਾ ਬੱਚਾ, ਇਹਦਾ ਨਾਮ ਅਰਨੈਸਟ ਹੈ। ਸੋ ਇਹ ਆਪਣੀ ਮਦਰ ਨਾਲ ਗੱਲ ਕਰ ਰਿਹਾ।
ਸੋ ਉਸ ਤੋਂ ਬਾਅਦ ਬੱਚਾ ਜਿਹੜਾ ਹੋਰ ਵੰਡਰ ਕਰਦਾ ਅਤੇ ਉਹਨੂੰ ਕਹਿੰਦਾ ਵਟ ਪ੍ਰੋਫੈਂਸੀ ਡੂ ਯੂ ਮੀਨ ਡੀਅਰ ਮਦਰ ਪਲੀਜ਼ ਟੈਲ ਮੀ ਅਬਾਊਟ ਇਟ। ਅਤੇ ਉਹ ਆਪਣੀ ਮਦਰ ਨੂੰ ਪੁੱਛਦਾ ਕਿ ਮੰਮਾ ਕਿਹੜੀ ਭਵਿੱਖਬਾਣੀ ਦੀ ਗੱਲ ਤੁਸੀਂ ਕਰ ਰਹੇ ਹੋ, ਪਲੀਜ਼ ਮੈਨੂੰ ਉਹਦੇ ਬਾਰੇ ਹੋਰ ਦੱਸੋ। ਅਰਨੈਸਟ ਈਗਰਲੀ inquired about the prophecy of the great stone face, so his mother told him a story that her own mother had told her when she herself was younger than little Ernest। ਸੋ ਉਹਦੀ ਮਦਰ ਉਹਨੂੰ ਇੱਕ ਕਹਾਣੀ ਸੁਣਾਉਣੀ ਸਟਾਰਟ ਕਰਦੀ ਹੈ ਜਿਹੜੀ ਕਿ ਉਹਨੂੰ ਉਹਦੀ ਮਦਰ ਨੇ ਸੁਣਾਈ ਸੀ, ਲਾਈਕ ਅਰਨੈਸਟ ਦੀ ਨਾਨੀ ਨੇ ਉਹਨੂੰ ਸੁਣਾਈ ਜਦੋਂ ਉਹਦੀ ਮਦਰ ਅਰਨੈਸਟ ਦੀ ਏਜ ਦੀ ਸੀਗੀ। At some future day, a child should be born near here, which was destined to become the greatest and the noblest person of the time, and whose face in manhood should bear and exactly resemble to the great stone face. Many still has faith in this old prophecy, but other look it to be nothing but idle talk at events, and the great stone man of the prophecy had not yet appeared। ਸੋ ਉਸ ਬੱਚੇ ਦੀ ਮਦਰ ਉਸ ਨੂੰ ਕਹਾਣੀ ਸੁਣਾਉਂਦੀ ਹੈ ਕਿ ਹੋ ਸਕਦਾ ਫਿਊਚਰ ਦੇ ਦਿਨਾਂ ਦੇ ਵਿੱਚ ਇੱਕ ਐਸਾ ਬੱਚਾ ਇੱਥੇ ਜਨਮ ਲਵੇ ਜਿਸ ਦਾ ਫੇਸ ਬਿਲਕੁਲ ਹੀ ਇਸ ਸਟੋਨ ਫੇਸ ਦੀ ਤਰ੍ਹਾਂ ਹੋਵੇਗਾ, ਅਤੇ ਇਹ ਗੱਲ ਰਿਜ਼ੈਂਬਲ ਕੀਤੀ ਗਈ ਹੈ ਕਿ ਸ਼ਾਇਦ ਉਸ ਦਾ ਫੇਸ ਜਿਹੜਾ ਬਿਲਕੁਲ ਹੀ ਹੂ ਬਹੂ ਗ੍ਰੇਟ ਸਟੋਨ ਫੇਸ ਦੀ ਤਰ੍ਹਾਂ ਹੋਵੇ। ਅਤੇ ਕਈ ਲੋਕ ਇਸ ਫੇਥ ਦੇ ਉੱਪਰ, ਇਸ ਗੱਲ ਦੇ ਉੱਪਰ ਯਕੀਨ ਰੱਖਦੇ ਨੇ, ਲੇਕਿਨ ਕੋਈ ਲੋਕ ਇਸ ਨੂੰ ਆਈਡੀਅਲ ਟਾਕ ਕਹਿੰਦੇ ਨੇ, ਮਤਲਬ ਫਾਲਤੂ ਦੀ ਗੱਲ ਸਮਝਦੇ ਨੇ। ਐਟ ਆਲ ਈਵੈਂਟਸ ਕਿ ਹੋ ਸਕਦਾ ਇਸ ਦੇ ਚਾਂਸਿਸ ਨੇ ਕਿ ਸਾਨੂੰ ਸ਼ਾਇਦ ਇਸ ਚੀਜ਼ ਨੂੰ ਅਪੀਅਰ ਕਰਨ ਦਾ ਮੌਕਾ ਮਿਲੇ। Oh mother, I do hope that I shall live to see him. Perhaps you may। ਤਾਂ ਬੱਚਾ ਕਹਿੰਦਾ ਹੈ ਕਿ ਸ਼ਾਇਦ ਕਾਸ਼ ਮੰਮਾ ਮੈਂ ਵੀ ਉਸ ਇਨਸਾਨ ਨੂੰ ਦੇਖ ਸਕਾਂ, ਕਿ ਮੈਂ ਓਨਾ ਟਾਈਮ ਜਿਉਂਦਾ ਰਹਾਂ ਜਿੰਨਾ ਟਾਈਮ ਮੈਂ ਉਸ ਇਨਸਾਨ ਨੂੰ ਦੇਖ ਨਹੀਂ ਲੈਂਦਾ, ਮਤਲਬ ਮੇਰੀ ਲਾਈਫ ਦੇ ਵਿੱਚ ਉਹ ਇਨਸਾਨ ਜ਼ਰੂਰ ਆਵੇ। Perhaps you may, ਉਹਦੀ ਮਦਰ ਕਹਿੰਦੀ ਹੈ ਕਿ ਹਾਂਜੀ ਤੁਸੀਂ ਜ਼ਰੂਰ ਦੇਖੋਗੇ। His mother was an affectionate and thoughtful woman. It was proper, she thought, not to discourage the fanciful hopes of her little child। ਉਹਦੀ ਮਦਰ ਜਿਹੜੀ ਹੈ ਬਹੁਤ ਹੀ ਦਿਆਲੂ, ਬਹੁਤ ਹੀ ਪਿਆਰ ਕਰਨ ਵਾਲੀ ਔਰਤ ਹੈ, ਵਿਚਾਰਾਂ ਨਾਲ ਭਰਪੂਰ ਔਰਤ ਹੈ। ਇਸ ਕਰਕੇ ਉਹ ਆਪਣੇ ਬੱਚੇ ਦੀ ਉਮੀਦਾਂ ਦੇ ਉੱਪਰ ਪਾਣੀ ਨਾ ਫੇਰਦੇ ਹੋਏ ਉਸ ਨੂੰ ਦਿਲਾਸਾ ਦਿੰਦੇ ਹੋਏ ਕਹਿੰਦੀ ਹੈ ਕਿ ਹਾਂਜੀ ਬੱਚੇ ਤੁਸੀਂ ਜ਼ਰੂਰ ਦੇਖੋਗੇ। ਐਂਡ ਈਰਨੈਸਟ ਨੈਵਰ ਫੋਰਗੇਟ ਦ ਸਟੋਰੀ ਦੈਟ ਹਿਜ਼ ਮਦਰ ਟੋਲਡ ਹਿਮ। ਅਤੇ ਈਰਨੈਸਟ ਨੂੰ ਉਹ ਸਟੋਰੀ ਕਦੇ ਵੀ ਭੁੱਲਦੀ ਨਹੀਂ ਜਿਹੜੀ ਉਹਦੀ ਮਦਰ ਨੇ ਉਹਨੂੰ ਸੁਣਾਈ ਸੀ। ਇਟ ਵਾਜ਼ ਆਲਵੇਜ਼ ਇਨ ਹਿਜ਼ ਮਾਈਂਡ ਵੈਨ ਐਵਰ ਹੀ ਲੁਕਡ ਅਪੋਨ ਦ ਗ੍ਰੇਟ ਸਟੋਨ ਫੇਸ। ਉਹਦੇ ਦਿਮਾਗ ਵਿੱਚ ਹਮੇਸ਼ਾ ਉਹ ਸਟੋਰੀ ਰਹਿੰਦੀ ਆ, ਜਦੋਂ ਵੀ ਉਹ ਸਟੋਨ ਫੇਸ ਦੇ ਵੱਲ ਦੇਖਦਾ ਆ ਉਹਨੂੰ ਉਹ ਸਟੋਰੀ ਯਾਦ ਆ ਜਾਂਦੀ ਹੈ। He spent his childhood in the log cottage where he was born, was dutiful to his mother and helped to her in many things, assisting her much with his little hands and more with his loving heart। ਸੋ ਦੇਖੋ ਪਹਾੜੀ ਏਰੀਆ ਦੇ ਵਿੱਚ ਇਹ ਪੁਰਾਣੇ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਨਾ, ਸੋ ਉੱਥੇ ਜ਼ਿਆਦਾ ਸਕੂਲ ਨਹੀਂ ਸੀ ਹੁੰਦੇ, ਠੀਕ ਹੈ। ਅਤੇ ਬੱਚਾ ਜਿਹੜਾ ਹੈ ਉਹ ਲੌਗ ਕਾਟੇਜ ਰਹਿੰਦਾ ਹੈ, ਉਹ ਜਿੱਥੇ ਕਿ ਲੱਕੜੀਆਂ ਵਾਲਾ ਥੋੜ੍ਹਾ ਪੁਰਾਣਾ ਜਿਹਾ ਘਰ ਹੁੰਦਾ ਉਸ ਦੇ ਵਿੱਚ ਰਹਿੰਦਾ ਆ, ਜਿੱਥੇ ਕਿ ਉਹ ਪੈਦਾ ਹੋਇਆ ਸੀ। ਅਤੇ ਆਪਣੀ ਮਦਰ ਦੇ ਲਈ ਬਹੁਤ ਡਿਊਟੀਫੁੱਲ ਹੈ, ਉਹਦੀ ਹੈਲਪ ਕਰਦਾ ਰਹਿੰਦਾ ਆਪਣੇ ਛੋਟੇ ਛੋਟੇ ਹੱਥਾਂ ਦੇ ਨਾਲ, ਅਤੇ ਲੇਕਿਨ ਉਹਦਾ ਦਿਲ ਜਿਹੜਾ ਹੈ ਉਹ ਬਹੁਤ ਹੀ ਵੱਡਾ ਆ, ਬਹੁਤ ਹੀ ਲਵਿੰਗ ਹੈ। And in this manner, from a very happy yet often pensive child had grown up to be a mild and quiet youth। ਹੁਣ ਉਹ ਬੱਚਾ ਜਿਹੜਾ ਹੈ ਵੱਡਾ ਹੋਣਾ ਸ਼ੁਰੂ ਹੋ ਗਿਆ, ਠੀਕ ਹੈ, ਬਹੁਤ ਹੀ ਸ਼ਾਂਤ ਅਤੇ ਸੋਬਰ ਜਿਹੇ ਸੁਭਾਅ ਦਾ ਉਹ ਬੱਚਾ ਆ। Ernest had no teacher, but the great stone face became one of him। When the work of the days was over, he would gaze at it for hours until he began to imagine that those vast features recognized him and gave him a smile of kindness and encouragement। ਸੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੁਰਾਣੇ ਸਮੇਂ ਦੀ ਗੱਲ ਹੈ, ਜ਼ਿਆਦਾ ਸਕੂਲ ਨਹੀਂ ਸੀ ਹੁੰਦੇ ਅਤੇ ਉਹ ਬੱਚੇ ਦੇ ਕੋਲ ਕੋਈ ਟੀਚਰ ਵੀ ਨਹੀਂ ਸੀ, ਲੇਕਿਨ ਜਿਹੜਾ ਗ੍ਰੇਟ ਸਟੋਨ ਫੇਸ ਹੈ ਉਹਦਾ ਇੱਕ ਟੀਚਰ ਬਣ ਜਾਂਦਾ ਹੈ, ਕਿਉਂਕਿ ਉਹ ਘੰਟੇ ਜਦੋਂ ਵੀ ਆਪਣੇ ਕੰਮ ਕਰਨ ਨੂੰ ਖ਼ਤਮ ਕਰ ਲੈਂਦਾ ਸੀ, ਰੋਜ਼ ਉਸ ਵੱਲ ਗੇਜ਼ ਕਰਦਾ ਰਹਿੰਦਾ ਸੀ, ਮਤਲਬ ਸਟੇਅਰ ਕਰਦਾ ਰਹਿੰਦਾ ਸੀ, ਉਸ ਨੂੰ ਪਹਾੜ ਨੂੰ ਵੇਖਦਾ ਰਹਿੰਦਾ ਸੀ। ਸੋ ਪਹਾੜ ਉਹਦਾ ਟੀਚਰ ਬਣ ਗਿਆ ਸੀ। ਉਹਨਾਂ ਟਾਈਮ ਉਹ ਪਹਾੜ ਦੀਆਂ ਫੀਚਰਸ ਨੂੰ ਨਿਹਾਰਦਾ ਰਹਿੰਦਾ ਸੀ, ਜਿੰਨਾ ਚਿਰ ਪਹਾੜ ਉਹਨੂੰ ਸਮਾਈਲ ਨਹੀਂ ਸੀ ਦਿੰਦਾ ਅਤੇ ਇਨਕਰੇਜ ਨਹੀਂ ਸੀ ਕਰਦਾ, ਠੀਕ ਹੈ।
About this time, there went a rumor thoughtful the valley. ਇੰਨੇ ਹੀ ਸਮੇਂ ਨੂੰ ਇੱਕ ਰਿਊਮਰ ਮਤਲਬ ਕਿ ਉੱਡਦੀ ਉੱਡਦੀ ਗੱਲ ਸਾਰੀ ਵੈਲੀ ਦੇ ਵਿੱਚ ਫੈਲ ਗਈ। ਦ ਗ੍ਰੇਟ ਮੈਨ who was to bear resemble to the great stone face has appeared at last, कि शायद वो व्यक्ति आने वाला है जिसका फेस बिल्कुल ही ग्रेट स्टोन फेस दे वर्गा है। Many years before he had left the valley and settled at a distant seaport, ਉਹ ਵਿਅਕਤੀ ਬਹੁਤ ਸਾਲ ਪਹਿਲਾਂ ਇਸੇ ਹੀ ਵੈਲੀ ਵਿੱਚ ਜਨਮ ਲਿਆ ਸੀ ਉਸਨੇ, ਲੇਕਿਨ ਉਹ ਆਪਣਾ ਕੰਮਕਾਰ ਸੈਟਲ ਕਰਨ ਦੇ ਲਈ ਸੀਪੋਰਟ ਚਲਾ ਗਿਆ, ਸਮੁੰਦਰੀ ਇਲਾਕੇ ਵਿੱਚ ਚਲਾ ਗਿਆ ਸੀ। Gatherhold, which is his name, had set up as a shopkeeper and being sharp in business matter had become a very rich that it would take him 1,000 years only to count his wealth. ਸੋ ਕਹਿੰਦੇ ਕਿ ਉਸ ਇਨਸਾਨ ਦਾ ਨਾਮ ਹੈ ਗੈਦਰ ਗੋਲਡ, ਅਤੇ ਉਸ ਜਿਹੜਾ ਆ ਉਸਨੇ ਆਪਣਾ ਕੰਮ ਕਰ ਇੱਕ ਛੋਟੀ ਜਿਹੀ ਸ਼ਾਪਕੀਪਰ ਦੇ ਤੌਰ 'ਤੇ ਸ਼ੁਰੂ ਕੀਤਾ ਸੀ, ਲੇਕਿਨ ਹੁਣ ਉਹ ਬਹੁਤ ਵੱਡਾ ਬਿਜ਼ਨਸਮੈਨ ਬਣ ਗਿਆ। ਇੰਨਾ ਵੱਡਾ ਬਿਜ਼ਨਸਮੈਨ ਬਣ ਗਿਆ ਕਿ ਉਹਦੀ ਦੌਲਤ ਨੂੰ ਕਾਊਂਟ ਕਰਨ ਦੇ ਲਈ ਹੀ ਇੱਕ ਪੂਰਾ 100 ਸਾਲ ਬੀਤ ਜਾਣਗੇ। In time he thought of his native valley and has decided to come back here and end his days where he had been born. ਤੇ ਹੁਣ ਉਸਨੂੰ ਆਪਣੇ ਉਸ ਦਿਨਾਂ ਦੀ ਯਾਦ ਆ ਰਹੀ ਹੈ, ਆਪਣੇ ਨੇਟਿਵ ਪਿੰਡ ਦੀ ਯਾਦ ਆ ਰਹੀ ਹੈ ਜਿੱਥੇ ਉਹ ਜਨਮਿਆ ਸੀਗਾ, ਆਪਣੇ ਵੈਲੀ ਏਰੀਆ ਦੀ ਯਾਦ ਆ ਰਹੀ ਹੈ। ਇਸ ਕਰਕੇ ਹੀ ਉਹ ਇਸ ਏਰੀਏ ਦੇ ਵਿੱਚ ਵਾਪਸ ਆ ਰਿਹਾ ਹੈ। Ernest has been deeply struck by the idea that the great man, the noble man, the man of prophecy, after so many ages of delay, was at length to be seen in his native valley. While the boy was still gazing up the valley one day and imagined that the great stone face returned his gaze, the noise of wheels was heard and a crowd of people cried. ਸੋ ਉਹ ਬੱਚਾ ਜਿਹਨੂੰ ਕਿ ਉਸ ਸਟੋਨ ਦੇ ਨਾਲ ਬਹੁਤ ਹੀ ਜ਼ਿਆਦਾ ਅਟੈਚਮੈਂਟ ਫੀਲ ਹੁੰਦੀ ਹੈ, ਇੱਕ ਦਿਨ ਬੈਠਾ ਹੁੰਦਾ ਹੈ, ਆਪਣੇ ਖਿਆਲਾਂ ਦੇ ਵਿੱਚ ਖੋਇਆ ਹੁੰਦਾ ਆ ਅਤੇ ਸੋਚਦਾ ਹੁੰਦਾ ਹੈ ਕਿ ਹੁਣ ਉਹ ਵਿਅਕਤੀ ਆਵੇਗਾ ਜਿਸ ਨੂੰ ਮੈਂ ਇੰਨੇ ਸਾਲਾਂ ਤੋਂ ਉਡੀਕ ਰਿਹਾ ਹਾਂ, ਜਿਸ ਨੂੰ ਕਿ ਬਹੁਤ ਹੀ ਸਾਲਾਂ ਤੋਂ ਉਡੀਕਿਆ ਜਾ ਰਿਹਾ ਹੈ, ਜਿਹੜਾ ਕਿ ਅੱਜ ਤੱਕ ਕਦੇ ਨਹੀਂ ਸੀ ਆਇਆ। ਉਹ ਇਨਸਾਨ ਹੁਣ ਆਵੇਗਾ ਜਿਸ ਦਾ ਫੇਸ ਬਿਲਕੁਲ ਹੀ ਦ ਗ੍ਰੇਟ ਸਟੋਨ ਫੇਸ ਵਰਗਾ ਹੈ। ਇੰਨੀ ਹੀ ਟਾਈਮ ਨੂੰ ਉਹ ਜਦੋਂ ਗੇਜ਼ ਕਰ ਰਿਹਾ ਹੁੰਦਾ, ਪਹਾੜ ਵੱਲ ਦੇਖ ਰਿਹਾ ਹੁੰਦਾ ਨਾ, ਉਹਦੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪੈਣੀ ਸ਼ੁਰੂ ਹੁੰਦੀ ਹੈ। ਉਹ ਆਵਾਜ਼ ਕਿਹਦੀ ਹੁੰਦੀ ਹੈ? ਲੋਕਾਂ ਦੇ ਰੌਲੇ ਦੀ। ਲੋਕਾਂ ਦਾ ਰੌਲਾ ਪਾ ਰਹੇ ਨੇ, ਹੇਅਰ ਕਮਸ ਦ ਗ੍ਰੇਟ ਮਿਸਟਰ ਗੈਦਰ ਗੋਲਡ, ਕਿ ਹੁਣ ਆਉਣ ਵਾਲੇ ਨੇ ਸਾਡੇ ਮਹਾਨ ਮਿਸਟਰ ਗੈਦਰ ਗੋਲਡ। ਠੀਕ ਹੈ। The chariot, drawn by 2 big horses, dashed round the turn of the road. With it thrust partly out of the window appeared the face of an old man with yellow skin. Carriage ਕੀ ਹੁੰਦਾ ਹੈ? Here is a picture of carriage. ਸੋ ਇੱਕ ਰੱਥ ਗੱਡੀ ਹੁੰਦੀ ਹੈ, ਪਾਲਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਦੀ ਕਹਿੰਦੇ ਇੱਕ ਉਹ ਪਾਲਕੀ ਉਹਨਾਂ ਦੇ ਵੈਲੀ ਦੇ ਵਿੱਚ ਪਧਾਰਦੀ ਹੈ ਅਤੇ ਉਹਦੀਆਂ ਵਿੰਡੋਜ਼ ਦੇ ਵਿੱਚੋਂ ਦੀ ਇੱਕ ਇਨਸਾਨ ਦਾ ਫੇਸ ਦਿਖਾਈ ਦਿੰਦਾ ਹੈ। ਉਹ ਫੇਸ ਜਿਹੜਾ ਹੁੰਦਾ ਹੈ ਉਹ ਇੱਕ ਬਜ਼ੁਰਗ ਆਦਮੀ ਦਾ ਹੁੰਦਾ ਹੈ ਅਤੇ ਉਹਦੀ ਸਕਿਨ ਜਿਹੜੀ ਆ ਯੈਲੋ ਕਲਰ ਦੀ ਹੁੰਦੀ ਹੈ। The very image of the great stone face, shouted the people. Sure enough, the old prophecy is true. Here we have the great man at last. So ਲੋਕ ਜਿਹੜੇ ਕਹਿੰਦੇ ਆ ਕਿ ਹੁਣ ਉਹ ਤਸਵੀਰ ਬਿਲਕੁਲ ਸੱਚ ਹੋਣ ਵਾਲੀ ਹੈ। ਸਹੀ ਮਹੀਨਿਆਂ ਦੇ ਵਿੱਚ ਸਾਡੀ ਜਿਹੜੀ ਭਵਿੱਖਬਾਣੀ ਹੈ ਉਹ ਸਾਬਿਤ ਹੋ ਜਾਵੇਗੀ ਅਤੇ ਅੱਜ ਅਸੀਂ ਉਸ ਵਿਅਕਤੀ ਨੂੰ ਦੇਖਾਂਗੇ ਜਿਸ ਦਾ ਚਿਹਰਾ ਬਿਲਕੁਲ ਹੂ-ਬ-ਹੂ ਗ੍ਰੇਟ ਸਟੋਨ ਫੇਸ ਵਰਗਾ ਆ। And what greatly puzzled Ernest that they seemed actually to be believed that here was the likeness which they spoken of. He turned away sadly from the wrinkled shadowlessness of the unpleasant face and gazed up the valley where the stone face seems to say, he will come, fear not Ernest, the man will come. ਸੋ ਅਰਨੈਸਟ ਬੱਚਾ ਜਿਹੜਾ ਆ ਉਸ ਨੂੰ ਦੇਖਦਾ ਆ, ਉਹਨੂੰ ਵੇਖ ਕੇ ਉਹਨੂੰ ਬਿਲਕੁਲ ਪਸੰਦ ਨਹੀਂ ਕਰਦਾ ਹੈਗਾ। ਉਹਨੂੰ ਲੱਗਦਾ ਕਿ ਇਹਦਾ ਫੇਸ ਤਾਂ ਹੈ ਹੀ ਨਹੀਂ ਹੈ,
ਬਿਲਕੁਲ ਵੀ ਗ੍ਰੇਟ ਸਟੋਨ ਫੇਸ ਵਰਗਾ। ਸੋ ਥੋੜ੍ਹਾ ਸੈਡ ਹੋ ਜਾਂਦਾ ਅਨਪਲੀਜ਼ੈਂਟ ਫੇਸ ਨੂੰ ਦੇਖ ਕੇ, ਅਤੇ ਦੁਬਾਰਾ ਆਪਣੀ ਵੈਲੀ ਵੱਲ ਗੇਜ਼ ਕਰਨ ਲੱਗਦਾ, ਵੇਖਣ ਲੱਗਦਾ, ਅਤੇ ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਵੈਲੀ ਨੇ ਕਿਹਾ ਵਾ ਕਿ ਤੁਸੀਂ ਡਰੋ ਨਾ ਅਰਨੈਸਟ, ਉਹ ਇਨਸਾਨ ਜ਼ਰੂਰ ਆਵੇਗਾ। The years went on and Ernest grew to be young man. ਸੋ ਹੋਰ ਸਾਲ ਬੀਤਦੇ ਜਾਂਦੇ ਆ ਅਤੇ ਅਰਨੈਸਟ ਜਿਹੜਾ ਆ ਹੋਰ ਜ਼ਿਆਦਾ ਗਰੋ ਕਰ ਜਾਂਦਾ ਆ, ਹੋਰ ਜ਼ਿਆਦਾ ਵੱਡਾ ਹੋ ਜਾਂਦਾ ਆ। He attracted little notice from the people. They saw nothing remarkable to his way of life except that when the labor of the day was over, he still loved to gaze upon the great stone face. Their ideas were that this was a folly but pardonable, because Ernest was a industrious, kind and neighborly. ਆਸ-ਪਾਸ ਦੇ ਲੋਕ ਉਹਨੂੰ ਜ਼ਿਆਦਾ ਅਟੈਂਸ਼ਨ ਨਹੀਂ ਸੀ ਦਿੰਦੇ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਸ ਦੀ ਲਾਈਫ ਦੇ ਵਿੱਚ ਕੁਝ ਜ਼ਿਆਦਾ ਦੇਖਣ ਯੋਗ ਹੈ ਹੀ ਨਹੀਂ। ਇਹ ਜਿਹੜਾ ਅਰਨੈਸਟ ਨਾਂ ਦਾ ਬੱਚਾ ਹੈ ਕੀ ਕਰਦਾ ਰਹਿੰਦਾ, ਆਪਣਾ ਕੰਮ ਕਾਰ ਖ਼ਤਮ ਕਰਦਾ ਅਤੇ ਰੋਜ਼ ਸਿਰਫ ਇਸ ਪਹਾੜ ਵੱਲ ਦੇਖਦਾ ਰਹਿੰਦਾ ਆ, ਠੀਕ ਹੈ। ਅਤੇ ਲੇਕਿਨ ਉਹ ਕਹਿੰਦਾ ਹੈ ਕਿ ਚਲੋ ਇਹ ਹੈ ਤਾਂ ਮੂਰਖਤਾ ਵਾਲੀ ਗੱਲ, ਲੇਕਿਨ ਇਹ ਪਾਰਡਨੇਬਲ ਹੈ, ਮਤਲਬ ਕਿ ਇਸ ਨੂੰ ਮਾफ़ ਕੀਤਾ ਜਾ ਸਕਦਾ ਹੈ, ਕਿਉਂਕਿ ਅਰਨੈਸਟ ਜਿਹੜਾ ਇੰਡਸਟਰੀਅਸ ਬੱਚਾ ਹੈ, ਮਿਹਨਤੀ ਬੱਚਾ ਆ, ਦਿਆਲੂ ਹੈ ਅਤੇ ਨੇਬਰਲੀ ਵੀ ਹੈ, ਠੀਕ ਹੈ। ਸੋ ਇਸ ਕਰਕੇ ਲੋਕ ਜ਼ਿਆਦਾ ਉਹ 'ਤੇ ਧਿਆਨ ਨਹੀਂ ਦਿੰਦੇ ਸੀ। They did not know that the great stone face has become a teacher to him, which was expressed in it would enlarge the young man's heart and filled it with deep sympathies than other hearts. ਲੇਕਿਨ ਉਹਨਾਂ ਲੋਕਾਂ ਨੂੰ ਇਹ ਨਹੀਂ ਸੀ ਨਾ ਪਤਾ ਕਿ ਗ੍ਰੇਟ ਸਟੋਨ ਫੇਸ ਉਹਦਾ ਟੀਚਰ ਬਣ ਚੁੱਕਿਆ, ਜਿਹੜਾ ਕਿ ਉਸਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿਖਾਉਂਦਾ ਹੈ ਅਤੇ ਉਹਦੇ ਦਿਲ ਵਿੱਚ ਸਿੰਪਥੀਜ਼ ਭਰ ਰਿਹਾ। ਸਿੰਪਥੀ ਮਤਲਬ ਬਹੁਤ ਸਾਰੀਆਂ ਅੱਛੀਆਂ ਫੀਲਿੰਗਸ, ਸੌਰੋ, ਹੈਪੀਨੈਸ, ਠੀਕ ਹੈ। ਸਿੰਪਥੀ ਉਸ ਨੂੰ ਕਹਿੰਦੇ ਆ। ਸਿੰਪਥੀ ਵੈਸੇ ਦਇਆ ਹੁੰਦੀ ਆ, ਜਿਹੜੀਆਂ ਕਿ ਦੂਜੇ ਹਾਰਟਸ ਵਿੱਚ ਨਹੀਂ ਹਨ, ਉਹ ਸਾਰੀਆਂ ਚੀਜ਼ਾਂ ਅਰਨੈਸਟ ਦੇ ਹਾਰਟ ਵਿੱਚ ਹਨ। They did not know that from this world come a better wisdom than could be learned from books. ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅਰਨੈਸਟ ਕੋਲੇ ਉਹਨਾਂ ਕਿਤਾਬਾਂ ਨਾਲੋਂ ਕਿਤੇ ਜ਼ਿਆਦਾ ਗਿਆਨ ਹੈ ਜਿਹੜੀਆਂ ਕਿ ਉਹਨਾਂ ਲੋਕਾਂ ਨੇ ਪੜ੍ਹ ਰੱਖੀਆਂ ਨੇ। Neither did Ernest know that the thought which comes to him so naturally in the fields at the fireside were higher stone that those woodmen shared with him. ਅਤੇ ਅਰਨੈਸਟ ਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਕਿ ਜਿਹੜੇ ਖਿਆਲਾਤ ਉਹਦੇ ਮਨ ਵਿੱਚ ਆਉਂਦੇ ਨੇ ਉਹ ਸਧਾਰਨ ਲੋਕਾਂ ਨਾਲੋਂ ਕਿਤੇ ਜ਼ਿਆਦਾ ਉੱਚੇ ਨੇ। ਜਿਹੜੇ ਖੇਤ ਖਲਿਆਣ ਦੇ ਵਿੱਚ ਰਹਿੰਦਾ ਹੋਇਆ, ਪਹਾੜਾਂ ਨੂੰ ਦੇਖਦਾ ਹੋਇਆ, ਜਿਹੜੀਆਂ ਚੀਜ਼ਾਂ ਉਹ ਐਕਸਪੀਰੀਅੰਸ ਕਰ ਰਿਹਾ ਹੈ, ਉਹ ਆਮ ਲੋਕ ਕਦੇ ਵੀ ਐਕਸਪੀਰੀਅੰਸ ਨਹੀਂ ਕਰ ਪਾਉਂਦੇ, ਅਤੇ ਨਾ ਹੀ ਉਹਦੇ ਨਾਲ ਉਹ ਸਾਰੀਆਂ ਗੱਲਾਂ ਕਿਸੇ ਹੋਰ ਨੇ ਸ਼ੇਅਰ ਕਰਨੀਆਂ ਨੇ। A simple soul, simple as when his mother first told him the old story, beheld the marvelous face looking down the valley and still wondered why its human likeness was so long in coming. ਕਹਿੰਦੇ ਕਿ ਅਰਨੈਸਟ ਜਿਹੜੀ ਸਿੰਪਲ ਸੋਲ ਹੈ ਉਹ ਅੱਜ ਵੀ ਉਨਾ ਹੀ ਮਾਸੂਮ ਹੈ ਜਿੰਨਾ ਮਾਸੂਮ ਉਹ ਉਸ ਟਾਈਮ 'ਤੇ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਕਹਾਣੀ ਸੁਣਾਈ ਸੀ ਉਸ ਵੈਲੀ ਦੀ। ਅੱਜ ਵੀ ਉਹ ਇਹ ਸੋਚ ਕੇ ਹੈਰਾਨ ਹੁੰਦਾ ਹੈ ਕਿ ਕਿਉਂ ਨਹੀਂ ਉਹ ਇਨਸਾਨ ਆ ਰਿਹਾ ਜਿਸ ਨੂੰ ਉਹ ਸਾਲਾਂ ਤੋਂ ਉਡੀਕ ਰਿਹਾ ਹੈ। By this time poor Mr. Gathergold was dead and buried. ਲੇਕਿਨ ਇਸ ਹਾਲਾਤ ਦੇ ਵਿੱਚ ਇਹਨਾਂ ਸਮਿਆਂ ਤੱਕ ਪਹੁੰਚਦੇ ਜਿਹੜਾ ਮਿਸਟਰ ਪੂਅਰ ਗੈਦਰਗੋਲਡ ਹੁੰਦੇ ਆ ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਹਨਾਂ ਨੂੰ ਬਰੀ ਕੀਤਾ ਜਾਂਦਾ, ਮਤਲਬ ਕਿ ਦਫਨਾ ਦਿੱਤਾ ਜਾਂਦਾ ਆ। His wealth was the body and spirit of his existence had disappeared before his death. ਕਹਿੰਦੀ ਜਿਹੜੀ ਉਹਦੇ ਕੋਲ ਧਨ ਦੌਲਤ ਸੀ ਉਹਦੀ ਮੌਤ ਤੋਂ ਪਹਿਲਾਂ ਹੀ ਖਤਮ ਹੋ ਚੁੱਕੀ ਸੀ। And since the melting away of his gold, it's been generally agreed that there was no great likeness after all between the ruined merchant and the majestic face upon the mountain. ਲੇਕਿਨ ਉਹਨਾਂ ਦੀ ਮੌਤ ਤੋਂ ਪਹਿਲਾਂ ਲੋਕ ਸਮਝ ਚੁੱਕੇ ਸੀ ਕਿ ਇਸ ਬੁੱਢੇ ਬਰਬਾਦ ਹੋਏ ਵਿਅਕਤੀ ਮਰਚੈਂਟ ਅਤੇ ਸਾਡੇ ਗ੍ਰੇਟ ਸਟੋਨ ਫੇਸ ਦੇ ਵਿੱਚ ਕੋਈ ਵੀ ਸਮਾਨਤਾ ਨਹੀਂ ਹੈ, ਦੋਨੇ ਬਹੁਤ ਅਲੱਗ ਨੇ। ਮਤਲਬ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਹੁਣ ਕਿ ਇਹ ਗ੍ਰੇਟ ਸਟੋਨ ਫੇਸ ਵਰਗਾ ਵਿਅਕਤੀ ਨਹੀਂ ਹੈ, ਲੇਕਿਨ ਜਿਹੜਾ ਅਰਨੈਸਟ ਸੀ ਹੁਣ ਤਾਂ ਪਹਿਲਾਂ ਹੀ ਪਤਾ ਸੀ, ਹੈ ਨਾ। It is so happened that another son of Valley
had become a soldier after a great deal of hard fighting. He was now a very famous commander known on the battlefield as Blood and Thunder. ਸੋ ਇਹ ਗੱਲ ਬੀਤ ਗਈ। ਥੋੜ੍ਹੇ ਸਮੇਂ ਬਾਅਦ ਇੱਕ ਹੋਰ ਉਸੇ ਹੀ ਵੈਲੀ ਦਾ ਪੁੱਤਰ ਜਿਹੜਾ ਕਿ ਹੁਣ ਇੱਕ ਸਿਪਾਹੀ ਬਣ ਚੁੱਕਿਆ ਸੀ, ਉਹ ਵਾਪਸ ਆਉਣ ਦੀਆਂ ਗੱਲਾਂ ਉਹਦੀਆਂ ਉੱਡਣੀਆਂ ਸ਼ੁਰੂ ਹੋ ਗਈਆਂ। ਕਹਿੰਦੇ ਕਿ ਉਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਨੇ ਅਤੇ ਹੁਣ ਉਹ ਇੱਕ ਫੇਮਸ ਕਮਾਂਡਰ ਬਣ ਚੁੱਕਿਆ ਹੈ ਅਤੇ ਹੁਣ ਉਸ ਨੂੰ ਲੜਾਈ ਦੀ ਧਰਤੀ ਦੇ ਉੱਪਰ ਦ ਬਲੱਡ ਐਂਡ ਥੰਡਰ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਆ। ਬਟ ਓਲਡ ਐਂਡ ਟਾਇਰਡ ਨਾਓ ਹੀ ਹੈਡ ਲੇਟਲੀ expressed a desire to return to his native valley। ਲੇਕਿਨ ਹੁਣ ਉਹ ਬਜ਼ੁਰਗ ਹੋ ਚੁੱਕਿਆ ਅਤੇ ਉਹਦੇ ਮਨ 'ਚ ਇੱਛਾ ਹੋਈ ਹੈ ਕਿ ਮੈਂ ਆਪਣੀ ਨੇਟਿਵ ਵੈਲੀ ਜਿੱਥੇ ਮੈਂ ਜੰਮਿਆ ਪਲਿਆ ਵਾਂ ਮੈਂ ਉੱਥੇ ਵਾਪਸ ਜਾਵਾਂ। The inhabitants of the valley prepared to welcome the renowned commander. They said at last great stone face had actually appeared. The great was excitement throughout the valley, and the people who had never once thought of glancing at the great stone face now spoken and spent much time in gazing at it for the sake of knowing exactly how General Blood and Thunder looked। ਸੋ ਉਹਦੇ ਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਲੋਕਾਂ ਉਹਦੇ ਆਉਣ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ, ਕਦੋਂ ਆਵੇਗਾ। ਜਿਹੜੇ ਲੋਕ ਜ਼ਿਆਦਾ ਸਮੇਂ ਨਹੀਂ ਬਤੀਤ ਕਰਦੇ ਸੀਗੇ ਉਸ ਪਹਾੜ ਵੱਲ ਦੇਖਣ ਦੇ ਲਈ, ਨਹੀਂ ਹੁਣ ਜ਼ਿਆਦਾ ਟਾਈਮ ਨਹੀਂ ਸਪੈਂਡ ਕਰਦੇ ਸੀ, ਹੁਣ ਉਹ ਲੋਕਾਂ ਨੇ ਪਹਾੜ ਨੂੰ ਇੰਪੋਰਟੈਂਸ ਦੇਣੀ ਸ਼ੁਰੂ ਕਰ ਦਿੱਤੀ, ਪਹਾੜ ਵੱਲ ਵੇਖਣਾ ਸ਼ੁਰੂ ਕਰ ਦਿੱਤਾ, ਉਹਨੂੰ ਗੇਜ਼ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਜਾਣਨਾ ਚਾਹੁੰਦੇ ਸੀ ਕਿ ਉਹਦਾ ਬਲੱਡ ਐਂਡ ਥੰਡਰ ਨਾਂ ਦਾ ਜਿਹੜਾ ਕਮਾਂਡਰ ਹੈ, ਜਨਰਲ ਹੈ, ਉਹ ਕਿੱਦਾਂ ਦਾ ਵਿਕਦਾ ਹੈ। ਔਨ ਦ ਡੇ ਆਫ ਜਨਰਲ's ਅਰਾਈਵਲ, Ernest and all the other people of the valley left their work and proceeded to the spot where a great banquet has been prepared। ਜਿਸ ਦਿਨ ਜਨਰਲ ਨੇ ਆਉਣਾ ਸੀ, ਅਰਨੈਸਟ ਦੇ ਪਿੰਡ ਦੇ ਜਿਹੜੇ ਹੋਰ ਵੀ ਵੈਲੀ ਦੇ ਲੋਕ ਸੀ ਉਹਨਾਂ ਨੇ ਆਪਣੇ ਕੰਮ ਕਾਰ ਛੱਡੇ ਅਤੇ ਜਿੱਥੇ ਆ ਕੇ ਉਸਨੇ ਉਤਰਨਾ ਸੀ ਜਾਂ ਕਿੱਦਾਂ ਵੀ ਆਉਣਾ ਸੀ ਉਸ ਸਪੌਟ ਦੇ ਉੱਪਰ ਚਲੇ ਜਾਂਦੇ ਆ, ਜਿੱਥੇ ਕਿ ਇੱਕ ਬਿਲਕੁਲ ਜਿੱਥੇ ਇੱਕ ਬਹੁਤ ਹੀ ਵਧੀਆ ਬੈਨਕੁਏਟ ਕੀਤਾ ਹੋਇਆ ਸੀ। ਬੈਨਕੁਏਟ ਮਤਲਬ ਜਿੱਦਾਂ ਕਿ ਤਿਉਹਾਰ ਹੁੰਦਾ ਨਾ ਕੋਈ, ਇੱਦਾਂ ਲੋਕਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਸੀ। Soldiers stood on guards and flags waved and the crowd roared. Ernest was standing too far back to see Blood and Thunder's face, however he could hear several voices। So ਜਿਹੜਾ ਸ਼ੋਲਡਰ ਆ ਉਹ ਪਧਾਰ ਜਾਂਦਾ ਆ ਜਾਂਦਾ ਵੈਲੀ 'ਚ, ਉਹਦੇ ਨਾਲ ਉਹਦੇ ਹੋਰ ਬਹੁਤ ਸਾਰੇ ਸਿਪਾਹੀ ਹੁੰਦੇ ਨੇ ਜਿਹੜੇ ਕਿ ਉਹਨਾਂ ਨੂੰ ਕਵਰ ਕਰਕੇ ਲੈ ਕੇ ਆਉਂਦੇ ਨੇ, ਮਤਲਬ ਕਿ ਸਕਾਟ ਕਰਦੇ ਹੋਏ ਲੈ ਕੇ ਆਉਂਦੇ ਨੇ। ਲੋਕ ਉਸ ਨੂੰ ਦੇਖਦੇ ਆ, ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ, ਝੰਡੇ ਲਹਿਰਾਉਂਦੇ ਆ ਕਿ ਸਾਡੇ ਪਹਾੜ ਦਾ ਪੁੱਤਰ ਵਾਪਸ ਆ ਗਿਆ ਆ, ਬਿਲਕੁਲ ਦਾ ਗ੍ਰੇਟ ਸਟੋਨ ਫੇਸ ਵਰਗਾ ਆ। ਠੀਕ ਹੈ, ਅਰਨੈਸਟ ਵੀ ਖੜ੍ਹਾ ਇਹ ਸਾਰੀਆਂ ਆਵਾਜ਼ਾਂ ਸੁਣ ਰਿਹਾ ਹੁੰਦਾ ਵਾ ਅਤੇ ਉਹ ਇੱਕ ਝਲਕ ਦੇਖਣੀ ਚਾਹੁੰਦਾ ਹੁੰਦਾ ਆ ਜਰਨਲ ਦੀ। ਇਟਸ ਦ ਸੇਮ ਫੇਸ ਐਗਜ਼ੈਕਟਲੀ। ਲੋਕ ਜਿਹੜੇ ਰੌਲਾ ਪਾਉਣੇ ਸ਼ੁਰੂ ਕਰ ਦਿੰਦੇ ਆ ਕਿ ਇਹ ਤਾਂ ਉਹੀ ਫੇਸ ਹੈ, ਬਿਲਕੁਲ ਹੀ ਪਹਾੜ ਵਰਗਾ ਹੈ। ਆਈ ਫੀਲ ਲਾਈਕ ਡਾਂਸਿੰਗ ਫॉर ਜੋਏ। ਲੋਕ ਹੋਰ ਰੌਲਾ ਪਾਉਂਦੇ ਆ ਕਿ ਮੇਰਾ ਜੀ ਕਰਦਾ ਕਿ ਮੈਂ ਝੂਮਣ ਲੱਗ ਜਾ, ਨੱਚਣ ਲੱਗ ਜਾ। ਵੰਡਰਫੁਲੀ ਲਾਈਕ ਇਟ ਦੈਟਸ ਅ ਫੈਕਟ। ਕਿ ਹੋਰ ਲੋਕ ਕਹਿੰਦੇ ਆ ਕਿ ਹਾਂ ਬਿਲਕੁਲ ਉਹਦੇ ਫੈਕਟ ਵਰਗਾ ਹੀ ਆ, ਫੈਕਟ ਜਿਹੜਾ ਬਿਲਕੁਲ ਸੱਚ ਹੋ ਗਿਆ ਆ। And why not? He is the greatest man of his or any other age beyond a doubt। So ਲੋਕ ਜਿਹੜੇ ਇੱਦਾਂ ਹੀ ਕਹਿੰਦੇ ਰਹਿੰਦੇ ਆ ਕਿ ਇਹ ਆਪਣੀ ਸਮੇਂ ਦਾ ਹੀ ਨਹੀਂ, ਹੋਰਾਂ ਬਹੁਤ ਸਾਰੇ ਸਮਿਆਂ ਦਾ ਬਹੁਤ ਹੀ ਮਹਾਨ ਵਿਅਕਤੀ ਆ, ਇੰਨੀਆਂ ਲੜਾਈਆਂ ਜਿੱਤੀਆਂ ਇਹਨੇ, ਮਤਲਬ ਕਿ ਉਹਦੀ ਪ੍ਰੇਸ 'ਚ ਬੜਾ ਚੜਾ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੀ ਆ। Ernest at last could see the journal's face। ਸੋ ਫਾਈਨਲੀ ਅਰਨੈਸਟ ਨੂੰ ਜਨਰਲ ਦਾ ਫੇਸ ਦੇਖਣ ਦਾ ਮੌਕਾ ਮਿਲਦਾ ਹੈ ਐਂਡ ਦ ਸੇਮ ਗਲੈਂਸ ਟੂ ਦ ਸਾਈਡ ਹੀ ਕੁਡ ਆਲਸੋ ਸੀ ਦ ਗ੍ਰੇਟ ਸਟੋਨ ਫੇਸ। ਅਤੇ ਪਹਿਲਾਂ ਉਹਨੇ ਜਨਰਲ ਦਾ ਫੇਸ ਦੇਖਿਆ, ਫਿਰ ਉਹਨੇ ਪਹਾੜ ਦਾ ਫੇਸ ਦੇਖਿਆ। ਇਫ ਦੇਰ ਵਾਜ਼ ਸੱਚ ਅ ਲਾਈਕਨੈਸ ਐਜ਼ ਕਰਾਊਡ ਪ੍ਰੋਕਲੇਮਡ। ਫਿਰ ਉਹ ਦਿਮਾਗ 'ਚ ਸੋਚਦਾ ਹੈ ਕਿ ਸੱਚੀ ਇਹ ਬਿਲਕੁਲ ਪਹਾੜ ਵਰਗੇ ਜਿੱਦਾਂ ਕਿ ਲੋਕ ਰੌਲਾ ਪਾ ਕੇ ਪ੍ਰੋਕਲੇਮ ਕਰ ਰਹੇ ਨੇ, ਮਤਲਬ ਕਿ ਉੱਚੀ ਉੱਚੀ ਅਨਾਊਂਸਮੈਂਟਸ ਕਰ ਰਹੇ ਨੇ। ਅਰਨੈਸਟ ਕੁਡ ਨੋਟ ਰਿਕਗਨਾਈਜ਼ ਇਟ। ਲੇਕਿਨ ਅਰਨੈਸਟ ਨੂੰ ਕੁਛ ਨਹੀਂ ਲੱਗਦਾ ਐਵੇਂ ਤਾਂ। Fear not, Ernest, said his heart as if the great stone face was whispering to him, fear not, Ernest, he will come। ਸੋ ਉਹਨੂੰ ਲੱਗਦਾ ਹੈ ਕਿ ਨਹੀਂ, ਇਹ ਵਿਅਕਤੀ ਵੀ ਉਹ ਨਹੀਂ ਹੈ ਜਿਹੜਾ ਕਿ ਬਿਲਕੁਲ ਗ੍ਰੇਟ ਸਟੋਨ ਫੇਸ ਵਰਗਾ ਆ। ਉਹ ਆਪਣੇ ਮਨ 'ਚ ਸੋਚ ਹੀ ਰਿਹਾ ਹੁੰਦਾ, ਆਪਣੇ ਦਿਲ 'ਚ ਸੋਚ ਹੀ ਰਿਹਾ ਹੁੰਦਾ ਅਤੇ ਉਹਨੂੰ ਲੱਗਦਾ ਹੈ ਕਿ ਸ਼ਾਇਦ ਪਹਾੜ ਨੇ ਉਹਦੇ ਕੰਨ ਵਿੱਚ ਕਿਹਾ ਹੈ ਫੀਅਰ ਨੋਟ ਅਰਨੈਸਟ ਹੀ ਵਿਲ ਕਮ, ਕਿ ਡਰ ਨਾ ਅਰਨੈਸਟ, ਉਹ ਵਿਅਕਤੀ ਜ਼ਰੂਰ ਆਵੇਗਾ। So here ends 9th chapter
ਐਂਡ ਇਹ ਇਸ ਚੈਪਟਰ ਦਾ ਫਸਟ ਪਾਰਟ ਸੀ। ਆਪਾਂ ਸੈਕਿੰਡ ਪਾਰਟ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ ਫॉर ਵਾਚਿੰਗ ਦਿਸ। ਟੇਕ ਕੇਅਰ ਐਂਡ ਸਟੇ ਬਲੈਸਡ।